ਤੇ ਸੰਧੂ ਸਾਹਿਬ ਇਹੀ ਹੈ ਜੀ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਸਰਕਾਰ ਨੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ 300 ਯੂਨਿਟ ਮੁਫ਼ਤ ਬਿਜਲੀ ਦੇ ਉਹ ਦੇਣਗੇ ਜਦੋਂ ਉਹ ਸੱਤਾ ਦੇ ਵਿੱਚ ਆ ਜਾਂਦੇ ਨੇ। ਹੁਣ ਕੁਦਰਤੀ ਹੈ ਕਿ ਜਦੋਂ ਇਹ ਯੂਨਿਟ ਮੁਫ਼ਤ ਵਿੱਚ ਦੇਣੇ ਆ ਤੇ ਦੂਜੇ ਪਾਸੇ ਕੋਲੇ ਦੀ ਘਾਟ ਤੇ ਫਿਰ ਅਸੀਂ ਜਾਣਦੇ ਹੀ ਹਾਂ ਕਿ ਥੋੜ੍ਹੇ ਜਿਹੇ ਆਸਾਰ ਉਹੀ ਆਰਥਿਕ ਘੇਰਾਬੰਦੀ ਤਾਂ ਹੋਣੀ ਆ ਜਦੋਂ ਕੇਂਦਰ ਸਰਕਾਰ ਦੇ ਅਨੁਸਾਰ ਪੰਜਾਬ ਦੇ ਵਿੱਚ ਸਰਕਾਰ ਨਾ ਬਣੀ ਹੋਵੇ ਤੇ ਥੋੜ੍ਹੀ-ਸੀ ਸਜ਼ਾ ਤੋਂ ਬਣਦੀ ਹੈ। ਤੇ ਉਧਰੋਂ ਕੋਲਾ ਵੀ ਮਹਿੰਗਾ ਮਿਲਣਾ ਹੈ, ਕੋਲਾ ਮਿਲਣ ਦੀ ਗਰੰਟੀ ਨਹੀਂ ਹੈ, 300 ਯੂਨਿਟ ਦਾ ਵਾਅਦਾ ਕੀਤਾ ਹੋਇਆ ਹੈ, ਲੋਕ ਇਸ ਵਾਅਦੇ ਨੂੰ ਲੈ ਕੇ ਸਵਾਲ ਚੁੱਕਣਗੇ ਤੇ ਇੱਕ ਅੰਦਾਜ਼ਾ ਇਹ ਵੀ ਪੇਸ਼ ਕੀਤਾ ਜਾ ਰਿਹਾ ਹੈ ਕਿ 23,300 ਕਰੋੜ ਰੁਪਏ ਦਾ ਇਹ ਖਰਚਾ ਬਣਦਾ ਹੈ। ਇਹਦੇ ਲਈ ਸਾਧਨ ਕਿੱਥੋਂ ਇਕੱਤਰ ਕਰਨੇ ਨੇ, ਉਹਨਾਂ ਦੀ ਕੀ ਯੋਜਨਾ ਸਰਕਾਰ ਬਣਾ ਰਹੀ ਹੈ? ਹਾਂਜੀ। ਸਰਕਾਰ ਅਜੇ ਤਾਂ ਰਮਨ ਜੀ ਸੱਜੇ ਖੱਬੇ ਦੇਖ ਰਹੀ ਹੈ, ਸਕੀਮਾਂ ਬਣਾ ਰਹੀ ਹੈ, ਯੋਜਨਾਵਾਂ ਘੜ ਰਹੀ ਹੈ, ਮੀਟਿੰਗਾਂ ਕਰ ਰਹੀ ਹੈ। ਕੱਲ੍ਹ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਪੰਜਾਬ ਦੇ ਅਧਿਕਾਰੀਆਂ ਦੇ ਨਾਲ, ਪਹਿਲਾਂ ਕੇਜਰੀਵਾਲ ਸਾਹਿਬ ਦੀ, ਫਿਰ ਕੇਜਰੀਵਾਲ ਦੇ ਨਾਲ ਹੋਈ ਭਗਵੰਤ ਮਾਨ ਹੋਰਾਂ ਦੀ ਮੀਟਿੰਗ, ਬਿਜਲੀ ਮੰਤਰੀ ਦੀ ਮੀਟਿੰਗ। ਅਤੇ ਉਹਨਾਂ ਨੇ ਕਿਹਾ ਸੀ ਵੀ ਜਲਦੀ ਤੁਹਾਨੂੰ ਖਬਰ ਦੇਵਾਂਗੇ, ਪਰ ਮੈਨੂੰ ਲੱਗਦਾ ਵੀ ਅਜੇ ਫੇਰ ਉਹਦੇ ਵਿੱਚ ਕੁਛ ਸਮੱਸਿਆ ਆ ਗਈ ਹੈ, ਉਹਦੇ 'ਤੇ ਬ੍ਰੇਕ 'ਤੇ ਪੈਰ ਲੱਗ ਗਿਆ। ਫਿਰ ਵੀ ਉਮੀਦ ਕਰਦੇ ਹਾਂ ਕਿ ਸ਼ਾਇਦ ਅਪ੍ਰੈਲ ਦੇ ਵਿੱਚ ਇਸ ਚੀਜ਼ ਨੂੰ ਕਿਸੇ ਨਾ ਕਿਸੇ ਪਾਸੇ ਸਰਕਾਰ ਨੂੰ ਲਾਉਣਾ ਪਊਗਾ। ਨਹੀਂ ਤਾਂ ਸਰਕਾਰ ਵਾਸਤੇ ਇਹ ਇਕੱਲਾ ਨੁਕਤਾ ਜਿਹੜਾ 300 ਯੂਨਿਟ ਹਰੇਕ ਘਰ ਨੂੰ ਫ੍ਰੀ ਦੇਣ ਦਾ, ਇਹ ਸਰਕਾਰ ਲਈ ਮੁਸ਼ਕਲ ਖੜੀ ਕਰ ਸਕਦਾ ਹੈ। ਇਹ ਹੁਣ ਜਿਹੜਾ ਇੱਕ ਬਿਜਲੀ ਪੈਦਾ ਕਰਨਾ ਅਤੇ ਇੱਕ ਲੋਕਾਂ ਨੂੰ ਮੁਫਤ ਬਿਜਲੀ ਦੇਣਾ, ਇਹ ਦੋ ਵੱਖਰੇ ਵੱਖਰੇ ਇਸ਼ੂ ਹੈ। ਬਿਜਲੀ ਪੈਦਾ ਕਰਨ ਦੇ ਉੱਤੇ ਵੀ ਸਰਕਾਰ ਨੂੰ ਲੋੜ ਤੋਂ ਵੱਧ ਖਰਚਾ ਕਰਨਾ ਪੈ ਸਕਦਾ ਹੈ ਜਾਂ ਕਰਨਾ ਪੈ ਰਿਹਾ, ਅਤੇ ਅਜੇ ਪ੍ਰੀਖਿਆ ਦੀ ਘੜੀ ਆਉਣੀ ਹੈ। ਪ੍ਰੀਖਿਆ ਦੀ ਘੜੀ ਉਸ ਵੇਲੇ ਆਉਣੀ ਹੈ ਜਦੋਂ ਪੰਜਾਬ ਦੇ ਵਿੱਚ ਸਾਰੇ ਕਿਸਾਨਾਂ ਨੇ ਝੋਨਾ ਲਾਉਣਾ ਹੈ, ਜੀਰੀ ਦੀ ਫਸਲ ਬੀਜਣੀ ਹੈ। ਉਹਦੇ ਵਿੱਚ ਹਰ ਵੇਲੇ ਪਾਣੀ ਖੜ੍ਹਾ ਰੱਖਣਾ ਪੈਂਦਾ ਹੈ, ਉਹਦੇ ਲਈ ਬਹੁਤ ਜ਼ਿਆਦਾ ਪਾਣੀ ਚਾਹੀਦਾ, ਬਹੁਤ ਜ਼ਿਆਦਾ ਬਿਜਲੀ ਚਾਹੀਦੀ ਹੈ। ਮੋਟਰਾਂ ਸਵੇਰੇ ਸ਼ਾਮ ਚੱਲਦੀਆਂ ਨੇ। ਬਾਕੀ ਹੋਰ ਕਿਸੇ ਵੀ ਫਸਲ ਲਈ, ਕਿਸੇ ਵੀ ਸੀਜ਼ਨ ਵਾਸਤੇ ਇੰਨੀ ਬਿਜਲੀ ਕਿਸਾਨਾਂ ਨੂੰ ਨਹੀਂ ਚਾਹੀਦੀ ਹੁੰਦੀ ਜਿੰਨੀ ਜੀਰੀ ਵਾਸਤੇ, ਝੋਨੇ ਵਾਸਤੇ ਬਿਜਲੀ ਕਿਸਾਨਾਂ ਨੂੰ ਚਾਹੀਦੀ ਹੁੰਦੀ ਹੈ। ਉਹਦਾ ਸਰਕਾਰ ਨੂੰ ਪ੍ਰਬੰਧ ਕਰਨਾ ਪੈਣਾ। ਜੇ ਆਪਣੇ ਕੋਲ ਬਿਜਲੀ ਨਹੀਂ ਹੈਗੀ, ਫਿਰ ਬਾਹਰੋਂ ਕਿਤੋਂ ਨਾ ਕਿਤੋਂ ਸੱਜਿਓ ਖੱਬਿਓ ਖਰੀਦਣੀ ਪਊਗੀ। ਵੀ ਜਦੋਂ ਦੂਜੇ ਬੰਦੇ ਕੋਲੋਂ ਚੀਜ਼ ਲੈਣੀ ਹੁੰਦੀ ਆ, ਅਗਲਾ ਆਪਦੀ ਮਰਜ਼ੀ ਦੇ ਰੇਟ ਲਾਉਂਦਾ, ਉਹ ਕਹਿੰਦਾ ਜੀ ਅਸੀਂ ਤਾਂ ਇਸ ਭਾਅ 'ਤੇ ਦੇਵਾਂਗੇ। ਪਹਿਲਾਂ ਹੀ ਸਰਕਾਰ ਜਿਹੜੀ ਆ ਉਹਦੇ ਵਾਸਤੇ ਇਹ ਸਮੱਸਿਆ ਬਣੀ ਹੈ ਕਿ ਅਸੀਂ ਜਿਹੜੀ ਬਿਜਲੀ ਪੈਦਾ ਕਰਨੀ ਆ ਉਹਦੇ ਲਈ ਕੋਇਲਾ ਕਿੱਥੋਂ ਲੈ ਕੇ ਆਈਏ, ਅਜੇ ਉਹਦਾ ਕੋਈ ਹੱਲ ਨਹੀਂ ਲੱਭਿਆ। ਰੋਜ਼ ਹੀ ਖਬਰਾਂ ਆਉਂਦੀਆਂ ਨੇ, ਰੋਜ਼ ਹੀ ਕੱਟ ਲੱਗਦੇ ਨੇ, ਪਰ ਕੋਇਲੇ ਦਾ ਅਜੇ ਕੋਈ ਪੱਕਾ ਹੱਲ ਨਹੀਂ ਹੋਇਆ ਕਿ ਸਾਰੇ ਯੂਨਿਟ ਜਿਹੜੇ ਚੱਲਦੇ ਰਹਿਣ। ਹੁਣ ਉਹ ਜਿਹੜੇ ਯੂਨਿਟ ਚੱਲ ਰਹੇ ਨੇ, ਜਿਨ੍ਹਾਂ ਨੂੰ ਕੋਇਲਾ ਸਰਕਾਰ ਲੈ ਕੇ ਦਿੰਦੀ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਕੋਇਲਾ ਲੈ ਕੇ ਦੇਣਾ। ਬਿਜਲੀ ਉਹਨਾਂ ਨੇ ਬਣਾਉਣੀ ਹੈ, ਵੇਚਣੀ ਉਹਨਾਂ ਨੇ ਆ। ਇੱਕ ਸਰਕਾਰ ਦਾ ਸਮਝੌਤਾ ਹੋਇਆ ਹੈ। ਇਹ ਪਿਛਲੀ ਬਾਦਲ ਸਰਕਾਰ ਵੇਲੇ ਦੇ ਸਮਝੌਤੇ ਹੋਏ ਆ ਥਰਮਲ ਪਲਾਂਟਾਂ ਦੇ ਨਾਲ ਕਿ ਤੁਹਾਨੂੰ ਕੋਇਲਾ ਅਸੀਂ ਸਪਲਾਈ ਕਰਾਂਗੇ ਅਤੇ ਤੁਸੀਂ ਸਾਨੂੰ ਇਸ ਭਾਅ 'ਤੇ ਬਿਜਲੀ ਦਿਓ। ਹੁਣ ਉਹ ਤਾਂ ਉਸ ਭਾਅ ਦੇ ਉੱਤੇ ਬਿਜਲੀ ਦੇਣਗੇ, ਪਰ ਸਰਕਾਰ ਦਾ ਕੋਇਲਾ ਮਹਿੰਗਾ ਹੋਈ ਜਾਂਦਾ, ਫਿਰ ਸਰਕਾਰ ਵਾਸਤੇ ਮੁਸ਼ਕਿਲ ਖੜੀ ਹੋ ਜਾਂਦੀ ਹੈ। ਜਿਹੜੇ ਥਰਮਲ ਪਲਾਂਟਾਂ ਵਾਲੇ ਨੇ ਉਹ ਆਪਣੇ ਰੇਟ ਜਿਹੜੇ ਨੇ ਉਹਦੇ ਵਿੱਚ ਟਸ ਤੋਂ ਮਸ ਨਹੀਂ। ਦੂਜੀ ਗੱਲ ਇਹ ਆ, ਉਹ ਕਿੰਨੀ ਬਿਜਲੀ ਪੈਦਾ ਕਰਦੇ ਆ ਨਹੀਂ ਕਰਦੇ, ਸਰਕਾਰ ਉਹਨਾਂ ਨੂੰ ਇਹ ਵੀ ਨਹੀਂ ਕਹਿ ਸਕਦੀ ਕਿ ਤੁਹਾਡਾ ਯੂਨਿਟ ਬੰਦ ਕਿਉਂ ਹੈ, ਇਹਨੂੰ ਚਲਾਓ, ਜਾਂ ਇਹ ਘੱਟ ਕਿਉਂ ਜਨਰੇਸ਼ਨ ਕਰ ਰਿਹਾ, ਇਹਨੂੰ ਤੇਜ਼ ਕਰੋ, ਇਹ ਵੀ ਨਹੀਂ ਕਹਿ ਸਕਦੀ ਸਰਕਾਰ। ਸੋ ਉਹ ਸਮਝੌਤਾ ਜਿਹੜਾ ਹੈ ਉਹਦਾ ਇੱਕ ਪੇਚ ਵੱਖਰਾ ਹੈ, ਉੱਥੇ ਸਰਕਾਰ ਫਸੀ ਹੈ। ਬਿਜਲੀ ਪੈਦਾ ਕਰਨ ਦੇ ਉੱਤੇ ਬੜਾ ਖਰਚਾ ਕਰਨਾ ਪੈਂਦਾ, ਸਰਕਾਰ ਉੱਥੇ ਫਸੀ ਹੈ। ਔਰ ਹੁਣ ਤੀਜੀ ਗੱਲ ਆ ਗਈ ਬਿਜਲੀ ਮੁਫਤ ਦੇਣ ਦੀ, ਜਿਹਦੇ ਉੱਤੇ ਸਾਲ ਦੇ ਵਿੱਚ 23,300 ਕਰੋੜ ਰੁਪਏ ਦੇ ਕੁਝ ਅੰਦਾਜ਼ੇ ਜਿਹੜੇ ਨੇ ਮਾਹਰਾਂ ਵੱਲੋਂ ਲਾਏ ਗਏ ਨੇ। ਐਸਟੀਮੇਟ ਜੋ ਲਾਇਆ ਗਿਆ ਮੌਜੂਦਾ ਰੇਟਾਂ ਦੇ ਅਕੋਰਡਿੰਗਲੀ ਕਿ ਇੰਨਾ ਪੈਸਾ ਜਿਹੜਾ ਸਰਕਾਰ ਨੂੰ ਆਪਣੀ ਜੇਬ 'ਚੋਂ ਖਰਚ ਕਰਨਾ ਪਏਗਾ। ਜਿਹੜਾ ਸਰਕਾਰ ਦਾ ਪਹਿਲਾਂ ਆਲਰੇਡੀ ਬਜਟ ਹੈ ਸਾਲ ਦਾ, ਉਹਦੇ ਵਿੱਚ 24,000 ਕਰੋੜ ਰੁਪਏ ਦਾ ਘਾਟਾ ਦਿਖਾਇਆ ਗਿਆ। ਹੁਣ 24,000 ਕਰੋੜ ਦਾ ਘਾਟਾ, ਉਹ ਤਾਂ ਲਗਭਗ 24,000 ਕਰੋੜ ਹੀ ਤੁਸੀਂ ਸਮਝ ਲਓ। ਇਹ ਜਿਹੜਾ 23,300 ਇਹਨੂੰ ਅਤੇ 48,000 ਕਰੋੜ ਰੁਪਏ ਦੇ ਜਿਹੜੇ ਇੰਤਜ਼ਾਮ ਕਰਨੇ ਪੈਣਗੇ ਸਰਕਾਰ ਨੂੰ ਇਕੱਲੇ ਇਸੇ ਮਦ ਦੇ ਵਿੱਚ, ਇੱਕੋ ਦੇ ਵਿੱਚ, ਬਿਜਲੀ ਵਾਲੀ ਦੇ ਵਿੱਚ। ਬਾਕੀ ਜਿਹੜੀਆਂ ਸਹੂਲਤਾਂ ਦੇਣੀਆਂ ਨੇ, ਪੈਨਸ਼ਨਾਂ ਦੇਣੀਆਂ ਲੋਕਾਂ ਨੂੰ, ਨੌਕਰੀਆਂ ਦੇਣੀਆਂ ਨੇ, ਹੋਰ ਕਈ ਕੁਛ ਕਾਰੋਬਾਰ ਕਰਨੇ ਆ, ਉਹ ਸਾਰਾ ਕੁਛ ਵੱਖਰਾ। ਅਤੇ ਜਿਹੜਾ ਪਹਿਲਾਂ 3 ਲੱਖ ਕਰੋੜ ਦਾ ਕਰਜ਼ਾ ਖੜ੍ਹਾ ਹੈ ਉਹਦਾ ਵਿਆਜ ਦੇਣਾ, ਉਹ ਵੱਖਰਾ। ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਸੋਚ ਕੇ ਤਾਂ ਕੋਈ ਵੀ ਬੰਦਾ ਜਿਹੜਾ ਗੈਰ ਗੰਭੀਰ ਹੈ, ਇਸ ਸੰਬੰਧ ਦੇ ਵਿੱਚ ਦਿਲਚਸਪੀ ਰੱਖਦਾ ਹੈ, ਉਹਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ। ਫਿਰ ਸਰਕਾਰ ਦੀ ਹਾਲਤ ਕੀ ਹੋਵੇਗੀ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ।
ਇਹ ਪਾਵਰਕਾਮ ਨੇ ਇਹ ਸਾਰਾ ਕੁਝ ਜਿਹੜਾ ਹਕੀਕੀ ਤੱਥ ਹੈ, ਜਿਹੜੇ ਫੈਕਟ ਹੈ, ਉਹ ਰੱਖ ਦਿੱਤੇ ਹੈ। ਹਜੇ ਕਿ ਉਹਨਾਂ ਨੇ ਕੁਝ ਸੁਝਾਅ ਵੀ ਰੱਖੇ ਹੈ ਵੀ ਤੁਸੀਂ ਐਂ ਇੱਕ ਵਾਢਿਓਂ ਬਿਜਲੀ ਮੁਫਤ ਜਿਹੜੀ ਹੈ ਉਹ ਨਾ ਦਿਓ, ਤੁਸੀਂ 1 ਰੁਪਇਆ ਯੂਨਿਟ ਸਸਤੀ ਕਰ ਦਿਓ ਬਿਜਲੀ, ਅਤੇ ਉਸ ਹਿਸਾਬ ਨਾਲ ਤੁਸੀਂ ਥੋੜ੍ਹਾ ਬਹੁਤਾ ਜਿਹੜਾ ਉਹਨੂੰ ਐਡਜਸਟ ਕਰ ਸਕਦੇ ਹੋ। ਪੂਰੀ ਦੀ ਪੂਰੀ ਜਿਹੜੀ ਹੈ ਤੁਸੀਂ ਉਹ ਫ੍ਰੀ ਨਾ ਦਿਓ। ਫਿਰ ਉਹਦੇ ਵਿੱਚ ਅੱਗੇ ਜਦੋਂ ਪੂਰੀ ਫ੍ਰੀ ਦੇਣਗੇ ਉਹਦੇ ਵਿੱਚ ਵੀ ਅੱਗੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੇਸ਼ ਆਉਣਗੀਆਂ। ਪਰ ਸਵਾਲ ਇਹ ਹੈ ਕਿ ਜੇ ਸਰਕਾਰ ਉਹਦੇ ਵਿੱਚ ਉਸ ਕਦਮ ਤੋਂ ਪਿੱਛੇ ਹਟ ਕੇ ਰਿਆਇਤ ਦੇਣ ਦੀ ਕੋਸ਼ਿਸ਼ ਕਰਦੀ ਹੈ ਅਤੇ ਫਿਰ ਸਰਕਾਰ ਦੀ ਕਿਰਕਰੀ ਹੋਵੇਗੀ ਕਿ ਉਹ ਆਪਣੇ ਵਾਅਦੇ ਤੋਂ ਭੱਜ ਗਈ ਹੈ। ਕਿਉਂਕਿ ਕੇਜਰੀਵਾਲ ਸਾਹਿਬ ਬੜੀ ਉੱਚੀ ਬਾਂਹ ਕਰਕੇ ਉਦੋਂ ਵਾਅਦੇ ਕਰਦੇ ਸੀ ਕਿ ਅਸੀਂ 300 ਯੂਨਿਟ ਜਿਹੜੀ ਮੁਫਤ ਬਿਜਲੀ ਦੇਵਾਂਗੇ। ਇਹ ਤਾਂ ਵੱਖਰੀ ਗੱਲ ਹੈ ਕਿ ਬਾਕੀ ਜਿਹੜੇ 4 ਰਾਜਾਂ ਦੇ ਵਿੱਚ ਚੋਣਾਂ ਹੋਈਆਂ ਸੀ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਅਤੇ ਉਹਨਾਂ ਨੇ ਤਾਂ ਉੱਥੇ ਵੀ ਐਲਾਨ ਕੀਤਾ ਸੀ ਕਿ ਤੁਹਾਨੂੰ ਵੀ ਅਸੀਂ ਬਿਜਲੀ ਮੁਫਤ ਦੇਵਾਂਗੇ, ਤੁਹਾਨੂੰ ਵੀ ਇੱਦਾਂ ਕਰਾਂਗੇ, ਤੁਹਾਨੂੰ ਵੀ ਇਹ ਸਹੂਲਤਾਂ ਦੇਵਾਂਗੇ, ਤੁਹਾਨੂੰ ਵੀ ਇਹ ਸਹੂਲਤਾਂ ਦੇਵਾਂਗੇ। ਸੋ ਉਹਨਾਂ ਵਾਸਤੇ ਹੁਣ ਇਹਦੇ ਤੋਂ ਇਲਾਵਾ ਇਹ ਆ ਕਿ 7000 ਕਰੋੜ ਰੁਪਏ ਦੀ ਬਿਜਲੀ ਜਿਹੜੀ ਹੈ ਰਮਨ ਜੀ ਉਹ ਕਿਸਾਨਾਂ ਨੂੰ ਪਹਿਲਾਂ ਹੀ ਮੁਫਤ ਦਿੱਤੀ ਜਾ ਰਹੀ ਹੈ। ਇਹਦੇ ਤੋਂ ਇਲਾਵਾ ਜਿਹੜੀ ਇੰਡਸਟਰੀ ਨੂੰ ਬਿਜਲੀ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਨੂੰ ਕੁਝ ਛੋਟ ਦਿੱਤੀ ਗਈ ਹੈ ਕਿ ਤੁਹਾਨੂੰ ਇੰਨੇ ਰੁਪਏ ਯੂਨਿਟ ਦੇ ਹਿਸਾਬ ਨਾਲ ਹੀ ਦੇਵਾਂਗੇ, ਭਾਵੇਂ ਖਰਚਾ ਉਹਦੇ ਉੱਤੇ ਵੱਧ ਆਉਂਦਾ ਹੋਵੇ। 2300 ਕਰੋੜ ਰੁਪਏ ਦਾ ਖਰਚਾ ਜਿਹੜਾ ਸਾਲ ਦਾ ਉਹ ਪੈਂਦਾ ਹੈ। ਜਦੋਂ ਥੋੜ੍ਹੇ ਜਿਹੇ ਚਿਰ ਵਾਸਤੇ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਸਰਕਾਰ ਬਣੀ ਸੀ, ਉਹਨਾਂ ਨੇ ਲੋਕਾਂ ਦੇ 1500 ਕਰੋੜ ਰੁਪਏ ਦੇ ਬਿੱਲ ਜਿਹੜੇ ਸੀ ਉਹ ਮਾਫ ਕਰ ਦਿੱਤੇ ਸੀ। 1500 ਕਰੋੜ ਰੁਪਏ ਦਾ ਬੋਝ ਉਹ ਵੀ ਸਰਕਾਰ ਦੇ ਉੱਤੇ ਪੈ ਗਿਆ। ਫਿਰ ਉਹਨਾਂ ਨੇ ਕੁਝ ਜਿਹੜੇ ਸੀ ਪਰਿਵਾਰਾਂ ਨੂੰ, ਪੰਜਾਬ ਦੇ ਪਰਿਵਾਰਾਂ ਨੂੰ ਸਸਤੀ ਬਿਜਲੀ ਦੇਣ ਦੀ ਗੱਲ ਕੀਤੀ ਸੀ। 1100 ਕਰੋੜ ਰੁਪਇਆ ਉਹਦਾ ਜਿਹੜਾ ਉਹ ਪੈ ਗਿਆ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ ਵਿੱਚ ਜੋੜੀਆਂ ਜਾਣਗੀਆਂ ਤਾਂ ਇਹ ਤੁਸੀਂ ਦੇਖੋ ਕਿ ਅੰਕੜਾ ਜਿਹੜਾ ਹੈ ਉਹ ਕਿੱਥੇ ਦਾ ਕਿੱਥੇ ਪਹੁੰਚ ਜਾਵੇਗਾ। ਸਸਤੀ ਬਿਜਲੀ ਦੇਣੀ ਹੈ, ਮੁਫਤ ਬਿਜਲੀ ਦੇਣੀ ਹੈ, ਖੇਤੀਬਾੜੀ ਸੈਕਟਰ ਨੂੰ ਬਿਜਲੀ ਦੇਣੀ ਹੈ, ਇੰਡਸਟਰੀ ਨੂੰ ਬਿਜਲੀ ਦੇਣੀ ਹੈ। ਇਹਨਾਂ ਸਾਰੀਆਂ ਮਦਾਂ ਦੇ ਵਿੱਚ ਸਰਕਾਰ ਦੇ ਉੱਤੇ ਇੰਨਾ ਜ਼ਿਆਦਾ ਬੋਝ ਪੈ ਜਾਏਗਾ ਕਿ ਸਰਕਾਰ ਹੁਣ ਇਹ ਸੋਚ ਰਹੀ ਹੈ ਕਿ ਅਸੀਂ 300 ਯੂਨਿਟ ਜਿਹੜੀ ਮੁਫਤ ਬਿਜਲੀ ਦੀ ਗੱਲ ਤਾਂ ਕਹਿ ਬੈਠੇ ਹਾਂ, ਦੇਵਾਂਗੇ ਕਵਾਂ। ਵਿਰੋਧੀ ਪਾਰਟੀਆਂ ਵਾਲੇ ਜਿਹੜੇ ਆ ਉਹਨਾਂ ਵੱਲੋਂ ਤਾਂ ਇਸ ਗੱਲ ਦੇ ਉੱਤੇ ਨਿਸ਼ਾਨੇ ਲਾਏ ਜਾ ਰਹੇ ਆ ਕਿ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਜਿੱਧਰ ਮਰਜ਼ੀ ਭੱਜ ਲਵੇ ਆਮ ਆਦਮੀ ਪਾਰਟੀ ਸਰਕਾਰ, ਤਾਂ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਇਹ 300 ਯੂਨਿਟ ਹਰੇਕ ਘਰ ਨੂੰ ਮੁਫਤ ਬਿਜਲੀ ਨਹੀਂ ਦੇ ਸਕਦੇ। ਜੇ ਮੁਫਤ ਬਿਜਲੀ ਦੇਣਗੇ ਤਾਂ ਇਸ ਇਕੱਲੇ ਨੁਕਤੇ ਦੇ ਉੱਤੇ ਹੀ ਸਰਕਾਰ ਜਿਹੜੀ ਹੈ ਉਹਦੇ ਵਾਸਤੇ ਸੰਕਟ ਪੈਦਾ ਹੋ ਜਾਏਗਾ। ਵਿਰੋਧੀ ਧਿਰਾਂ ਵਾਲਿਆਂ ਨੇ ਤਾਂ ਇਹ ਦਾਅਵੇ ਕਰ ਦਿੱਤੇ ਹੈ। ਬਾਕੀ ਜਿਹੜੇ ਕਈ ਵਿਰੋਧੀ ਧਿਰਾਂ ਵਾਲੇ ਨੇ ਇਹ ਵੀ ਦਾਅਵੇ ਕਰਤੇ ਵੀ 3 ਮਹੀਨਿਆਂ 'ਚ ਸਰਕਾਰ ਹੀ ਖਿਲਰ ਜਾਏਗੀ। ਜਿਵੇਂ ਜੋਤ ਸਿੰਘ ਸਿੱਧੂ ਕਹਿੰਦੇ ਸੀਗੇ, ਉਹ ਕਹਿੰਦੇ ਸੀ ਸਰਕਾਰ ਚੱਲ ਨਹੀਂ ਸਕਦੀ, ਇਹ ਬੱਚਿਆਂ ਦੇ ਹੱਥ ਵਿੱਚ ਸਰਕਾਰ ਦੇ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ, ਬੱਚੇ ਜਿਹੜੇ ਆ ਨਹੀਂ ਚਲਾ ਸਕਦੇ, ਇਹ ਸਾਰੇ ਮਾਮਲਿਆਂ ਦੇ ਉੱਤੇ ਕਾਬੂ ਨਹੀਂ ਪਾ ਸਕਦੇ, ਇਸ ਕਰਕੇ ਇਹਨਾਂ ਦੇ ਵੱਸ ਦਾ ਇਹ ਬਾਹਰ ਦੀ ਗੱਲ ਹੈ। ਹੁਣ ਹਕੀਕਤ ਕੀ ਹੈ ਉਹ ਇਹ ਹੈ ਕਿ ਕੁਛ ਲੋਕ ਲੁਭਾਊ ਨਾਅਰੇ ਉਸ ਵੇਲੇ ਲਾਏ ਜਾਂਦੇ ਆ ਵੀ ਤੁਸੀਂ ਸਾਨੂੰ ਵੋਟਾਂ ਦੇ ਦਿਓ, ਜੋ ਮਰਜ਼ੀ ਅਸੀਂ ਸਾਰੇ ਦੇ ਸਾਰੇ ਨਾਅਰੇ ਲਾ ਦੇਵਾਂਗੇ, ਸਭ ਸਹੂਲਤਾਂ ਦੇਣ ਦੀ ਗੱਲ ਕਰ ਦਿਆਂਗੇ, ਸਭ ਕੁਝ ਅਸੀਂ ਉਸ ਵੇਲੇ ਕੋਈ ਕਹਿੰਦਾ ਅਸੀਂ ਇਹਨੂੰ ਕੈਲੀਫੋਰਨੀਆ ਬਣਾ ਦਾਂਗੇ, ਕੋਈ ਕਹਿੰਦਾ ਅਸੀਂ ਇਹਨੂੰ ਸਵਿਟਜ਼ਰਲੈਂਡ ਬਣਾ ਦਿਆਂਗੇ। ਹੁਣ ਇਹਨਾਂ ਨੇ ਕਿਹਾ ਕਿ ਇੱਥੇ ਸਾਡੇ ਕੋਲ ਤਾਂ ਗੋਰੇ ਅੰਗਰੇਜ਼ ਜਿਹੜੇ ਆ ਉਹ ਨੌਕਰੀ ਕਰਨ ਆਇਆ ਕਰਨਗੇ ਕੱਲ੍ਹ ਨੂੰ, ਅਸੀਂ ਇੱਦਾਂ ਦਾ ਪੰਜਾਬ ਨੂੰ ਬਣਾ ਦਿਆਂਗੇ। ਇਹ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਅੰਗਰੇਜ਼ ਜਿਹੜੇ ਨੇ ਉਹ ਆਇਆ ਕਰਨਗੇ ਸਾਡੇ ਕੋਲ ਜੋਬ ਕਰਨ ਵਾਸਤੇ। ਮਤਲਬ ਇਹ ਸਾਰੇ ਵਾਸਤੇ ਸਾਨੂੰ ਕੀ ਕੁਛ ਕਰਨਾ ਪੈਣਾ ਉਹ ਸ਼ਾਇਦ ਸੋਚਦੇ ਨਹੀਂ। ਸਾਰੀਆਂ ਸਰਕਾਰਾਂ, ਸਾਰੇ ਨੇਤਾ ਜਿਹੜੇ ਨੇ ਉਹ ਇੱਕੋ ਰਸੇ ਹੀ ਮੈਨੂੰ ਲੱਗਦਾ ਚੱਲ ਰਹੇ ਹੈ ਅਤੇ ਇੱਕੋ ਤਰ੍ਹਾਂ ਦੀ ਹੀ ਉਹਨਾਂ ਦੀ ਸੋਚ ਹੈ ਵੀ ਜੋ ਮਰਜ਼ੀ ਝੂਠ ਸੱਚ ਬੋਲ ਕੇ ਇੱਕ ਵਾਰੀ ਵੋਟਾਂ ਲੈ ਲਓ, ਆਪਦੀ ਸਰਕਾਰ ਬਣਾ ਲਓ, ਫਿਰ ਬਾਅਦ 'ਚ ਦੇਖਾਂਗੇ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਮੰਨ ਲਓ ਜੇ ਹੁਣ ਅੱਜ ਨਹੀਂ ਦੇਣਗੇ 300 ਯੂਨਿਟ ਮੁਫਤ ਬਿਜਲੀ ਲੋਕਾਂ ਨੂੰ, ਅਤੇ ਲੋਕ ਕੀ ਕਰ ਸਕਦੇ ਨੇ, ਕਰੀ ਜਾਣ, ਫਿਰ 5 ਸਾਲ ਅੰਦੋਲਨ ਕਰੀ ਜਾਣ, ਫਿਰ ਦੇਖਾਂਗੇ 5 ਸਾਲ ਬਾਅਦ ਜਾਂ ਉਸ ਤੋਂ ਪਹਿਲਾਂ ਫਿਰ ਸਰਕਾਰ ਡਿੱਗੇਗੀ, ਫਿਰ ਨਵੀਂ ਸਰਕਾਰ ਲਿਆਵਾਂਗੇ, ਨਵੀਂ ਸਰਕਾਰ ਫਿਰ ਵਾਅਦੇ ਕਰੇਗੀ, ਲਾਰੇ ਲਾਵੇਗੀ, ਬੜੇ ਬੜੇ ਸ਼ੋਸ਼ੇ ਛੱਡੇਗੀ, ਫਿਰ ਅਸੀਂ ਉਹਨਾਂ ਦੇ ਝਾਂਸੇ ਜਾ ਜਾਵਾਂਗੇ, ਫਿਰ ਉਹਨਾਂ ਲਿਆਵਾਂਗੇ, ਫਿਰ ਉਹਨਾਂ ਦੇ ਮਗਰ ਤੁਰੇ ਫਿਰਾਂਗੇ। ਮਤਲਬ ਇਸ ਤਰ੍ਹਾਂ ਥੋੜ੍ਹੀ ਸਰਕਾਰਾਂ ਚੱਲਦੀਆਂ, ਜਾਂ ਇੱਦਾਂ ਇਸ ਢੰਗ ਦੇ ਨਾਲ ਸਰਕਾਰਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ। ਕੁਛ ਹਕੀਕਤ ਜਿਹੜੀ ਹੈ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ, ਜ਼ਮੀਨੀ ਲੈਵਲ ਦੇ ਉੱਤੇ ਬੈਠ ਕੇ ਸੋਚਣਾ ਚਾਹੀਦਾ ਹੈ ਕਿ ਸਾਡੇ ਸੂਬੇ ਦੇ ਕੋਲ ਸੋਰਸ ਕੀ ਨੇ, ਸਾਡੇ ਕੋਲ ਆਮਦਨ ਦੇ ਸੋਰਸ ਕੀ ਨੇ, ਸਾਡੇ ਕੋਲ ਪੈਸਾ ਆ ਕਿੱਥੋਂ ਰਿਹਾ, ਜਾ ਕਿੱਥੋਂ ਰਿਹਾ, ਅਸੀਂ ਕਿਸ ਢੰਗ ਦੇ ਨਾਲ ਹਰੇਕ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਦੇ ਸਕਦੇ ਹਾਂ। ਸਿਰਫ ਅੱਖਾਂ ਬੰਦ ਕਰਕੇ ਜਿਹੜੇ ਨਾਅਰੇ ਲਾਉਣੇ ਅਤੇ ਵਾਅਦੇ ਕਰਨੇ ਅਤੇ ਬਾਅਦ ਦੇ ਵਿੱਚ ਫਿਰ ਸੱਜੇ ਖੱਬੇ ਨੂੰ ਮੂੰਹ ਦੇ ਕੇ ਤੁਰੇ ਫਿਰਨਾ, ਮਤਲਬ ਇਹ ਗੱਲ ਕੁਛ
ਵਾਜਬ ਨਹੀਂ ਹੈ, ਨਾ ਪਾਰਟੀਆਂ ਦੇ ਹਿੱਤ ਵਿੱਚ ਤੇ ਨਾ ਸੂਬੇ ਦੇ ਹਿੱਤ ਵਿੱਚ। ਸੂਬੇ ਦੇ ਹਿੱਤ ਵਿੱਚ ਜ਼ਿਆਦਾ ਗੱਲ ਹੈ, ਪਾਰਟੀਆਂ ਤਾਂ ਸ਼ਾਇਦ ਆਪਣਾ ਕੰਮ ਕਿਵੇਂ ਨਾ ਕਿਵੇਂ ਚਲਾ ਹੀ ਲੈਂਦੀਆਂ। ਜੀ, ਕਾਂਗਰਸੀ ਆਗੂ ਸੁਨੀਲ ਜਾਖੜ ਦੇ ਖਿਲਾਫ ਕਹਿੰਦੇ ਅਨੁਸੂਚਿਤ ਜਾਤੀ ਕਮਿਸ਼ਨ ਸਖਤ ਰਵੱਈਆ ਅਖਤਿਆਰ ਕਰ ਰਿਹਾ ਤੇ ਉਹਨਾਂ ਦੇ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਨੇ। ਬਿਲਕੁਲ ਰਮਨ ਜੀ, ਜਿਹੜੇ ਸੁਨੀਲ ਜਾਖੜ ਹੋਰੀ ਨੇ ਸਾਬਕਾ ਪ੍ਰਧਾਨ ਪੰਜਾਬ ਕਾਂਗਰਸ ਦੇ, ਉਹਨਾਂ ਦੇ ਖਿਲਾਫ ਜਿਹੜਾ SC/ST ਕਮਿਸ਼ਨ ਹੈ ਉਹਨਾਂ ਨੇ ਜਾਂਚ ਦੇ ਆਦੇਸ਼ ਜਾਰੀ ਕੀਤੇ ਨੇ ਔਰ ਜਾਂਚ ਨੂੰ ਟਾਈਮ ਬਾਉਂਡ ਕੀਤਾ ਗਿਆ ਹੈ। ਇਹ ਜਾਂਚ ਦੇ ਆਦੇਸ਼ ਜਿਹੜੇ ਨੇ ਜਲੰਧਰ ਦੇ ਜਿਹੜੇ ਕਮਿਸ਼ਨਰ ਨੇ ਪੁਲਿਸ ਦੇ ਗੁਰਪ੍ਰੀਤ ਸਿੰਘ ਤੂਰ, ਉਹਨਾਂ ਨੂੰ ਕਿਹਾ ਗਿਆ ਇਹ ਜਾਂਚ ਕਰਨ ਵਾਸਤੇ, ਔਰ ਇਹ ਵੀ ਕਿਹਾ ਗਿਆ ਕਿ 15 ਦਿਨਾਂ ਦੇ ਵਿੱਚ ਜਾਂਚ ਮੁਕੰਮਲ ਕੀਤੀ ਜਾਵੇ। ਜੇ ਉਹ 15 ਦਿਨਾਂ ਦੇ ਵਿੱਚ ਜਾਂਚ ਮੁਕੰਮਲ ਨਹੀਂ ਕਰਦੇ ਤਾਂ ਕਮਿਸ਼ਨਰ ਨੂੰ ਆਪ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਪਏਗਾ ਜਾਂ ਕੋਈ ਆਪਣਾ ਉੱਥੇ ਨੁਮਾਇੰਦਾ ਉਹਨਾਂ ਨੂੰ ਭੇਜਣਾ ਪਏਗਾ ਕਿ ਕਿਸ ਕਾਰਨ ਕਰਕੇ 15 ਦਿਨਾਂ ਦੇ ਵਿੱਚ ਜਾਂਚ ਪੂਰੀ ਨਹੀਂ ਹੋ ਸਕੀ। ਹੁਣ ਮਾਮਲਾ ਕੀ ਹੈ? ਮਾਮਲਾ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਹੋਰਾਂ ਨੇ ਕੁਝ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਜਿਹੜੀ ਵੈਸੇ ਤਾਂ ਕਿਸੇ ਸੁਲਝੇ ਹੋਏ ਸਿਆਸਤਦਾਨ ਨੂੰ, ਰਾਜਨੀਤੀਵਾਨ ਨੂੰ ਇੱਦਾਂ ਦੀ ਬਿਆਨਬਾਜ਼ੀ ਕਰਨੀ ਨਹੀਂ ਚਾਹੀਦੀ। ਗੱਲਾਂ ਕਰੋ ਸਾਰੀਆਂ, ਪਰ ਉਹਨਾਂ ਨੂੰ ਮਰਿਆਦਾ ਵਿੱਚ ਰਹਿ ਕੇ ਕਰਨਾ ਚਾਹੀਦਾ ਹੈ, ਠੀਕ ਢੰਗ ਦੇ ਨਾਲ ਰਹਿ ਕੇ ਕਰਨਾ ਚਾਹੀਦਾ ਹੈ। ਭਾਰਤ ਇੱਕ ਸੈਕੂਲਰ ਦੇਸ਼ ਹੈ, ਧਰਮ ਨਿਰਪੱਖ ਦੇਸ਼ ਹੈ। ਇੱਥੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਤਾਂ ਕਿਸੇ ਵੀ ਢੰਗ ਨਾਲ ਆਉਣੀ ਹੀ ਨਹੀਂ ਚਾਹੀਦੀ ਨਾ, ਕਿ ਕਿਸੇ ਨੂੰ ਉਹਨੂੰ ਨੀਵੀਂ ਜਾਤ ਦਾ ਦਿਖਾ ਕੇ ਜਾਂ ਨੀਵਾਂ ਦਿਖਾ ਕੇ ਜਾਂ ਉਹਦੇ ਧਰਮ 'ਤੇ ਜਾਂ ਕੋਈ ਜਾਤ 'ਤੇ ਇੱਦਾਂ ਦੀ ਟਿੱਪਣੀ ਕੀਤੀ ਜਾਵੇ। ਇਹ ਗੱਲ ਤਾਂ ਵੈਸੇ ਹੀ ਕਿਤੇ ਬਰਦਾਸ਼ਤ ਨਹੀਂ ਹੁੰਦੀ, ਦੁਨੀਆ ਭਰ ਦੇ ਵਿੱਚ ਨਾ ਹੀ ਕਰਨੀ ਚਾਹੀਦੀ ਹੈ। ਔਰ ਜਿਹੜੇ ਲੋਕ ਐਡੇ ਵੱਡੇ ਵੱਡੇ ਜ਼ਿੰਮੇਵਾਰੀ ਵਾਲੇ ਅਹੁਦਿਆਂ ਦੇ ਉੱਤੇ ਬੈਠੇ ਨੇ, ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਫਿਰ ਉਹ ਗੱਲ ਕਈ ਵਾਰੀ ਖਰਾਬ ਹੋ ਜਾਂਦੀ ਹੈ, ਵਿਗੜ ਜਾਂਦੀ ਹੈ, ਜਿਹੜੀ ਹੁਣ ਵਿਗੜ ਗਈ ਹੈ। ਜਿਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ, ਜਿਹੜੇ 3 ਕੁ ਮਹੀਨਿਆਂ ਵਾਸਤੇ ਰਹੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਅਹੁਦਾ ਛੱਡਣ ਤੋਂ ਬਾਅਦ, ਤਾਂ ਉਹਨਾਂ ਨੇ ਸ਼ਾਇਦ ਕਿਤੇ ਆਪਣੇ ਸ਼ਬਦਾਂ ਦੇ ਵਿੱਚ ਕੋਈ ਇਹ ਗੱਲ ਕਹੀ ਹੋਏਗੀ ਇਸ ਤਰ੍ਹਾਂ ਦੀ ਕਿ ਮੇਰੀ ਝੋਲੀ ਤਾਂ ਬਹੁਤ ਛੋਟੀ ਸੀ, ਮੈਨੂੰ ਹਾਈ ਕਮਾਨ ਨੇ ਬਹੁਤ ਕੁਝ ਦੇ ਦਿੱਤਾ ਹੈ, ਵੱਡਾ ਦੇ ਦਿੱਤਾ ਹੈ। ਔਰ ਇਹ ਗੱਲ ਜਿਹੜੀ ਸੀ, ਇਹ ਜਿਸ ਅੰਦਾਜ਼ ਵਿੱਚ ਸੁਨੀਲ ਜਾਖੜ ਹੋਰਾਂ ਨੇ ਪੇਸ਼ ਕੀਤੀ, ਉਹਨਾਂ ਨੇ ਮਤਲਬ ਜਿੱਥੋਂ ਇਹ ਲੱਗਦਾ ਸੀ ਵੀ ਇਹ ਕੋਈ ਬਹੁਤ ਜਿਵੇਂ ਛੋਟਾ ਬੰਦਾ ਹੁੰਦਾ ਅਤੇ ਜਿਹਦੇ ਹੱਥ 'ਚ ਕੋਈ ਬਹੁਤ ਵੱਡਾ ਅਹੁਦਾ ਆ ਜਾਂਦਾ, ਬੜੀ ਵੱਡੀ ਕੁਰਸੀ ਆ ਗਈ ਉਹਨਾਂ ਦੇ ਹੱਥ ਵਿੱਚ, ਕੋਈ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ ਗੱਲ ਕੀਤੀ। ਇਸ ਗੱਲ ਦਾ ਵੀ ਨੋਟਿਸ ਲਿਆ ਗਿਆ। ਫਿਰ ਜਦੋਂ ਜਿਹੜੇ ਆਪਣੇ ਕਾਂਗਰਸ ਦੇ ਵਿੱਚ ਇੱਕ ਬਾਗੀ ਗਰੁੱਪ ਹੈ G23 ਜਿਹਨੂੰ ਕਿਹਾ ਜਾਂਦਾ ਹੈ, 22-23 ਨੇਤਾ ਨੇ ਜਿਹੜੇ ਜਿਨ੍ਹਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਹੋਇਆ ਔਰ ਉਹ ਕਾਂਗਰਸ ਹਾਈ ਕਮਾਨ ਤੋਂ ਤਕਰੀਬਨ ਕਿਨਾਰਾ ਕਰਕੇ ਚੱਲ ਰਹੇ ਨੇ, ਬਗਾਵਤ ਕਰਕੇ ਚੱਲ ਰਹੇ ਨੇ, ਅਤੇ ਉਹਨਾਂ ਬਾਰੇ ਵੀ ਸੁਨੀਲ ਜਾਖੜ ਹੋਰਾਂ ਨੇ ਟਿੱਪਣੀ ਇਸ ਤਰ੍ਹਾਂ ਦੀ ਕੀਤੀ ਸੀ ਵੀ ਜਿਹੜੇ ਲੋਕ ਥੱਲੇ ਡਿੱਗ ਚੁੱਕੇ ਨੇ ਉਹਨਾਂ ਨੂੰ ਚੁੱਕ ਕੇ ਉੱਪਰ ਸਿਰ ਦੇ ਆਪਣੇ ਬਿਠਾਉਣਾ, ਇਹ ਕਿਸੇ ਵੀ ਤਰ੍ਹਾਂ ਠੀਕ ਨਹੀਂ। ਹੁਣ ਇਹ ਟਿੱਪਣੀ ਦਾ ਵੀ ਜਿਹੜਾ ਸੀ ਉਹ ਬੁਰਾ ਮਨਾਇਆ ਗਿਆ ਅਤੇ ਪਹਿਲਾਂ ਵਾਲੀ ਟਿੱਪਣੀ ਦਾ ਵੀ ਬੁਰਾ ਮਨਾਇਆ ਗਿਆ, ਕਿਉਂਕਿ ਦੋਵੇਂ ਟਿੱਪਣੀਆਂ ਜਿਹੜੀਆਂ ਉਹ ਇਸ ਢੰਗ ਦੇ ਨਾਲ ਪੇਸ਼ ਕੀਤੀਆਂ ਗਈਆਂ ਜਿਵੇਂ ਕਿਸੇ ਦੇ ਜਾਤੀ ਦੇ ਉੱਤੇ ਕਟਾਕਸ਼ ਕੀਤਾ ਹੁੰਦਾ, ਬਿਆਨ ਕੀਤਾ ਹੁੰਦਾ। ਫਿਰ ਪੰਜਾਬ ਦੇ ਵਿੱਚ ਉਹਨਾਂ ਦੇ ਖਿਲਾਫ ਮੁਜ਼ਾਹਰੇ ਹੋਣ ਲੱਗ ਪਏ, ਧਰਨੇ, ਪ੍ਰਦਰਸ਼ਨ, ਔਰ ਮੰਗ ਕੀਤੀ ਜਾਣ ਲੱਗ ਪਈ ਕਿ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੰਗ ਪੱਤਰ ਦਿੱਤੇ ਜਾ ਰਹੇ ਸੀਗੇ, ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ, ਪਰਚਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ, ਜਦੋਂ ਹੁਣ ਭਗਵੰਤ ਮਾਨ ਦੀ ਸਰਕਾਰ ਬਣ ਗਈ ਹੈ, ਇਸ ਦੌਰਾਨ ਚਰਨਜੀਤ ਸਿੰਘ ਚੰਨੀ ਜਾ ਕੇ ਹਾਈ ਕਮਾਨ ਨੂੰ ਮਿਲੇ, ਰਾਹੁਲ ਗਾਂਧੀ ਨੂੰ, ਸੋਨੀਆ ਗਾਂਧੀ ਨੂੰ ਮਿਲੇ ਔਰ ਉਹਨਾਂ ਨੇ ਜਾ ਕੇ ਦੱਸਿਆ ਵੀ ਇਹ ਇੰਨਾ ਸੀਨੀਅਰ ਲੀਡਰ ਹੈ, ਇਹਨੇ ਮੇਰੇ ਖਿਲਾਫ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਨੇ ਉਹ ਬੋਲੇ ਨੇ। ਉਸ ਤੋਂ ਬਾਅਦ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਜਿਹੜੀ ਹੈ ਉਹਨਾਂ ਨੇ ਉਹਦਾ ਮਤਲਬ ਇਸ ਮਾਮਲੇ ਦਾ ਜਿਹੜਾ ਸੀ ਉਹ ਨੋਟਿਸ ਲਿਆ, ਅਤੇ ਨੋਟਿਸ ਲੈਣ ਤੋਂ ਬਾਅਦ ਉਹਨਾਂ ਨੇ ਫਿਰ ਸੁਨੀਲ ਜਾਖੜ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ 1 ਹਫ਼ਤੇ ਦੇ ਵਿੱਚ ਸਪਸ਼ਟੀਕਰਨ ਦਿਓ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਕਿਵੇਂ ਹੋਈਆਂ। ਹਜੇ ਉਹ ਮਾਮਲਾ ਚੱਲ ਹੀ ਰਿਹਾ ਸੀ ਕਿ ਇੰਨ ਚਿਰ ਵਿੱਚ ਜਿਹੜੇ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ ਹੋ ਰਹੇ ਨੇ SC/ST ਲੋਕਾਂ ਵੱਲੋਂ, ਦਲਿਤ ਭਾਈਚਾਰੇ ਵੱਲੋਂ ਕਿ ਇਹਨਾਂ ਨੇ ਸਾਡੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਉਸ ਚੀਜ਼ ਦਾ ਨੋਟਿਸ ਲੈ ਕੇ SC/ST ਕਮਿਸ਼ਨ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਇਹ ਆਦੇਸ਼ ਜਾਰੀ ਕੀਤਾ ਕਿ ਤੁਸੀਂ ਇਹ ਸਾਰੇ ਮਾਮਲੇ ਦੀ ਜਾਂਚ ਕਰੋ ਕਿ ਕੀ ਗੱਲ ਹੈ, ਕਿਵੇਂ ਆ, ਕਿਸ ਤਰ੍ਹਾਂ ਹੈ। ਤਾਂ ਜਦ ਕਿ ਇਹਨਾਂ ਦੀਆਂ ਆਡੀਓ ਵੀਡੀਓ ਸਾਰੀਆਂ ਹੀ ਪਹਿਲਾਂ ਪਈਆਂ ਨੇ, ਕਾਂਗਰਸ ਹਾਈ ਕਮਾਨ ਨੂੰ ਵੀ ਉਹ ਸਾਰੀਆਂ ਪੇਸ਼ ਕੀਤੀਆਂ ਗਈਆਂ ਨੇ, ਉਹ ਸਭ ਕੁਝ ਪਿਆ ਹੋਇਆ ਪਹਿਲਾਂ ਹੀ, ਅਤੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ 15 ਦਿਨਾਂ ਦੇ ਵਿੱਚ ਜਾਂਚ ਕਰਕੇ
ਇਹਦੀ ਰਿਪੋਰਟ ਜਿਹੜੀ ਆ ਉਹ ਸਾਨੂੰ ਦਿਓ। ਫਿਰ ਉਸ ਤੋਂ ਬਾਅਦ ਅੱਗੇ ਦੇਖਿਆ ਜਾਏਗਾ ਕਿ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ ਕਿ ਨਹੀਂ ਕੀਤੀ ਜਾਂਦੀ। ਹਾਂਜੀ। ਤੇ ਸਰਕਾਰੀ ਏਜੰਸੀਆਂ ਕਹਿੰਦੇ ਆਨੇ ਬਹਾਨੇ ਕਣਕ ਖਰੀਦਣ ਨੂੰ ਕਰਨ ਲੱਗ ਰਹੀਆਂ ਨੇ ਨਾ ਤੇ ਪ੍ਰਭਾਵਿਤ ਹੋ ਰਹੀ ਹੈ ਪੰਜਾਬ ਵਿੱਚ ਫਸਲ ਦੀ ਖਰੀਦ। ਸਰਕਾਰੀ ਏਜੰਸੀਆਂ ਬਹੁਤਾ ਕੇਂਦਰ ਦਾ ਪ੍ਰਭਾਵ ਕਿ ਪੰਜਾਬ ਦੀ ਭੂਮਿਕਾ ਵੀ ਇਹਨਾਂ 'ਚ? ਵੱਡੀ ਜਿਹੜੀ ਏਜੰਸੀ ਆ ਰਮਨ ਜੀ, ਉਹ ਤਾਂ ਕੇਂਦਰ ਦੀ ਹੀ ਹੈ, ਜਿਹੜੀ FCI ਹੈ। ਮਾਪਦੰਡ ਜਿਹੜੀ ਆ ਉਹ ਹੀ ਤੈਅ ਕਰਦੀ ਹੈ ਸਾਰੇ, ਔਰ ਮਾਪਦੰਡ ਬਲਕਿ ਜਿਹੜੀ ਕੇਂਦਰ ਵੱਲੋਂ ਕੋਈ ਪਾਲਿਸੀ ਇਖਤਿਆਰ ਕੀਤੀ ਜਾਂਦੀ ਹੈ ਉਹਦੇ ਅਧੀਨ ਕੀਤੇ ਜਾਂਦੇ ਨੇ। ਹਰ ਵਾਰ ਜਿਹੜੀਆਂ ਪਾਲਿਸੀਆਂ ਨੇ ਉਹ ਬਦਲ ਜਾਂਦੀਆਂ ਨੇ। ਇੱਕ ਛੋਟੀ ਜਿਹੀ ਗੱਲ ਆ ਜਿਹੜੀ ਸੰਖੇਪ ਜਿਹੀ ਇਹਦੇ ਵਿੱਚ, ਉਹ ਇਹ ਆ ਕਿ ਇੱਕ ਪਾਸੇ ਮੰਡੀਆਂ ਵਿੱਚ ਇਹ ਕਣਕ ਜਾ ਰਹੀ ਹੈ ਤੇ ਮੰਡੀਆਂ ਵਿੱਚ ਖਰੀਦ ਏਜੰਸੀਆਂ ਜਿਨ੍ਹਾਂ ਨੇ ਕਣਕ ਖਰੀਦਣੀ ਹੈ ਉਹ ਇਹਦੇ ਵਿੱਚ ਨੁਕਸ ਕੱਢ ਰਹੀਆਂ ਨੇ। ਪਹਿਲਾਂ ਨੁਕਸ ਕੱਢਦੀਆਂ ਹੁੰਦੀਆਂ ਸੀ ਕਿ ਇਹਦਾ ਰੰਗ ਜਿਹੜਾ ਠੀਕ ਨਹੀਂ, ਇਹ ਬਦਰੰਗ ਹੋ ਗਈ ਹੈ ਜੀ। ਕਦੀ ਫਸਲ ਦੇ ਵਿੱਚ ਕੱਢਿਆ ਜਾਂਦਾ ਕਿ ਇਹਦੇ ਵਿੱਚ ਸਿੱਲ ਆ ਗਈ ਹੈ, ਨਮੀ ਆ ਗਈ ਹੈ। ਹੁਣ ਇਹ ਕੱਢਿਆ ਜਾ ਰਿਹਾ ਹੈ ਕਿ ਇਹਦਾ ਦਾਣਾ ਜਿਹੜਾ ਹੈ ਉਹ ਸੁੰਗੜ ਕੇ ਛੋਟਾ ਹੋ ਗਿਆ ਹੈ। ਮਤਲਬ ਕਿਤੇ ਕਿਸੇ ਜਗ੍ਹਾ ਹੋ ਸਕਦਾ ਫਸਲ ਨੂੰ ਸੋਕਾ ਪੈ ਗਿਆ ਹੋਵੇ, ਉਹ ਜਿੱਥੋਂ ਕਿਤੋਂ ਸੈਂਪਲ ਭਰੇ ਗਏ ਉਹਨਾਂ ਦੇ, ਜਦ ਕਿ ਸਾਰੇ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਮਤਲਬ ਜਿਹੜਾ ਝਾੜ ਹੈ ਤਕਰੀਬਨ ਕਣਕਾਂ ਦਾ, ਜਿੱਥੋਂ ਰਿਪੋਰਟਾਂ ਆਈਆਂ ਨੇ, ਵਧੀਆ ਨਿਕਲ ਰਿਹਾ, ਪੂਰਾ ਨਿਕਲ ਰਿਹਾ। ਜੇ ਸੋਕਾ ਪੈ ਜਾਵੇ, ਦਾਣਾ ਸੁੰਗੜ ਜਾਵੇ ਤੇ ਫਿਰ ਉਹਦਾ ਝਾੜ ਨੈਚੁਰਲੀ ਘਟਣਾ ਚਾਹੀਦਾ ਹੈ। ਹੁਣ ਇਹ ਮਾਪਦੰਡ ਜਿਹੜਾ ਇਹ ਵੀ ਤੈਅ ਕਰ ਦਿੱਤਾ ਗਿਆ ਹੈ ਕਿ ਉਹਦਾ ਦਾਣਾ ਵੀ ਠੀਕ, ਉਹਦਾ ਸਾਈਜ਼ ਵੀ ਠੀਕ ਹੋਣਾ ਚਾਹੀਦਾ, ਰੰਗ ਵੀ ਠੀਕ ਹੋਣਾ ਚਾਹੀਦਾ, ਨਮੀ ਵੀ ਨਹੀਂ ਹੋਣੀ ਚਾਹੀਦੀ। ਮਤਲਬ ਇਹ ਸਾਰੀਆਂ ਸ਼ਰਤਾਂ ਲਾਈਆਂ। ਉਹ ਜਦੋਂ ਉਹਨਾਂ ਸ਼ਰਤਾਂ ਦੇ ਵਿੱਚ ਉਹ ਦਾਣਾ ਛੋਟਾ ਹੋਣ ਵਾਲੀ ਜਿਹੜੀ ਗੱਲ ਹੈ, ਜਿਹੜੇ ਕੁਝ ਸੈਂਪਲ ਭਰੇ ਗਏ ਉਹ ਸੈਂਪਲ ਫੇਲ ਹੋ ਗਏ। FCI ਨੇ ਮਤਲਬ ਕਿਹਾ ਕਿ ਅਸੀਂ ਨਹੀਂ ਜੀ ਕਣਕ ਖਰੀਦਣੀ। ਜਦੋਂ FCI ਨੇ ਕਿਹਾ ਤੇ ਉਹਦੇ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਏਜੰਸੀਆਂ ਨੇ ਉਹਨਾਂ ਨੇ ਵੀ, ਮੁਲਾਜ਼ਮਾਂ ਨੇ ਮੀਟਿੰਗ ਕੀਤੀ, ਜਿਹੜੀ ਉਹਨਾਂ ਦੀ ਤਾਲਮੇਲ ਕਮੇਟੀ ਸੀ, ਤੇ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਨਹੀਂ ਖਰੀਦਾਂਗੇ। ਹੁਣ ਇਹਦਾ ਅੱਗੋਂ ਨਿਪਟਾਰਾ ਕੀ ਹੁੰਦਾ ਕੀ ਨਹੀਂ ਹੁੰਦਾ, ਅਜੇ ਇਹ ਫੈਸਲਾ ਆਉਣਾ ਬਾਕੀ ਹੈ। ਪਰ ਇਸ ਦੌਰਾਨ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਹੜਾ ਅਡਾਨੀ ਦੇ ਬੜੇ ਵੱਡੇ ਵੱਡੇ ਸਟੋਰ ਬਣਾਏ ਨੇ ਪੰਜਾਬ ਦੇ ਵਿੱਚ, ਖਾਸ ਕਰਕੇ ਮੋਗਾ ਦੇ ਨੇੜੇ ਇੱਕ ਕੋਈ ਉਹਨਾਂ ਨੇ ਜਿਹੜਾ ਸਾਈਲੋ ਪਲਾਂਟ ਲਾਇਆ ਅਡਾਨੀ ਗਰੁੱਪ ਨੇ, ਉਸ ਗਰੁੱਪ ਵੱਲੋਂ ਧੜਾ ਧੜ ਕਣਕ ਖਰੀਦੀ ਜਾ ਰਹੀ ਹੈ। ਕੋਈ ਉੱਥੇ ਬਦਰੰਗ ਨਹੀਂ ਵੇਖਿਆ ਜਾ ਰਿਹਾ, ਕੋਈ ਨਿੱਕਾ ਦਾਣਾ ਨਹੀਂ ਵੇਖਿਆ ਜਾ ਰਿਹਾ ਤੇ ਕੋਈ ਵੱਡਾ ਦਾਣਾ ਨਹੀਂ ਵੇਖਿਆ ਜਾ ਰਿਹਾ। ਉੱਥੇ ਦਿਹਾੜੀ ਦੇ ਵਿੱਚ ਮਤਲਬ ਕੋਈ ਉਹਦਾ ਹਿਸਾਬ ਨਹੀਂ ਕਿ ਕਿੰਨੀਆਂ ਟਰਾਲੀਆਂ ਉੱਥੇ ਆਉਂਦੀਆਂ ਨੇ। 2-2 ਕਿਲੋਮੀਟਰ ਤੱਕ ਲਾਈਨਾਂ ਲਾ ਕੇ ਕਿਸਾਨ ਖੜ੍ਹੇ ਹੁੰਦੇ ਨੇ, ਜਿਹੜੇ ਆਪਣੀ ਫਸਲ ਉੱਥੇ ਲੈ ਕੇ ਜਾ ਰਹੇ ਨੇ। ਉਹ ਮੰਡੀ ਜਾਂਦੇ ਹੀ ਨਹੀਂ, ਸਿੱਧੇ ਟਰਾਲੀ ਭਰ ਕੇ ਸਾਈਲੋ ਉੱਥੇ ਚਲੇ ਜਾਂਦੇ ਪਲਾਂਟ ਦੇ ਵਿੱਚ। ਔਰ ਇਹ ਸਾਈਲੋ ਪਲਾਂਟ ਰਮਨ ਜੀ ਉਹੀ ਹੈ ਜਿਹੜਾ ਕਿਸਾਨ ਅੰਦੋਲਨ ਦੌਰਾਨ ਉੱਥੇ ਇੱਕ ਪੈਸੇ ਦਾ ਕਾਰੋਬਾਰ ਨਹੀਂ ਹੋ ਸਕਿਆ। ਕਿਸਾਨ ਜਿਹੜੇ ਨੇ ਪੂਰਾ ਧਰਨਾ ਲਾ ਕੇ ਬਹਿ ਗਏ ਸੀਗੇ, ਔਰ ਉਹਨਾਂ ਨੇ ਕਿਹਾ ਸੀਗਾ ਕਿ ਇਹ ਸਾਰਾ ਕੁਝ ਜਿਹੜਾ ਅਡਾਨੀਆਂ ਅੰਬਾਨੀਆਂ ਵਾਸਤੇ ਕੀਤਾ ਜਾ ਰਿਹਾ, ਇਸ ਕਰਕੇ ਖੇਤੀ ਕਾਨੂੰਨ ਜਿਹੜੇ ਉਹ ਸਾਡੇ 'ਤੇ ਠੋਸੇ ਜਾ ਰਹੇ ਨੇ ਕਿ ਸਾਡੀਆਂ ਫਸਲਾਂ ਜਿਹੜੀਆਂ ਹੈ ਉਹ ਇਹ ਖਰੀਦ ਸਕਣ ਤੇ ਇਹ ਅੱਗੋਂ ਉਹਦੇ 'ਚੋਂ ਮੁਨਾਫਾ ਕਮਾ ਸਕਣ। ਹੁਣ ਜੇ ਮਤਲਬ ਇਸ ਤਰ੍ਹਾਂ ਦੀ ਗੱਲ ਦੇ ਵਿੱਚੋਂ ਇਹ ਕਿਤੇ ਲੱਗਦਾ ਹੈ ਕੇਂਦਰ ਵੱਲੋਂ ਨਿਯਮ ਬਣਾਏ ਗਏ ਨੇ, ਉਹ ਇਨਡਾਇਰੈਕਟਲੀ ਤਾਂ ਫਿਰ ਸਾਈਲੋ ਪਲਾਂਟ ਨੂੰ ਫਾਇਦਾ ਕਰ ਰਹੇ ਨੇ। ਸਾਈਲੋ ਪਲਾਂਟ ਦੀ ਤਾਂ ਵਾਰੇ ਨਿਆਰੇ ਹੋ ਗਏ, ਉਹ ਤਾਂ ਐਕਸਪੈਕਟ ਨਹੀਂ ਕਰ ਸਕਦੇ ਸੀ ਕਿ ਇਸ ਸੀਜ਼ਨ ਦੇ ਵਿੱਚ ਸਾਨੂੰ, ਕਿਉਂਕਿ ਜਿਹੜੇ ਕਿਸਾਨ ਤੋਂ 2 ਕਿਲੋਮੀਟਰ ਦੇ ਉੱਤੇ ਮੰਡੀ ਹੈ ਜਾਂ ਉਹਦੇ ਪਿੰਡ ਦੇ ਵਿੱਚ ਮੰਡੀ ਹੈ, ਉਹ ਉੱਥੇ ਜਾ ਕੇ ਫਸਲ ਵੇਚੂਗਾ ਤੇ ਫਸਲ ਵੇਚ ਕੇ ਘਰ ਚਲਾ ਜਾਊਗਾ, ਭਾਵੇਂ ਉਹਨੂੰ ਪੈਸੇ 2 ਦਿਨ 24 ਘੰਟਿਆਂ 'ਚ ਮਿਲਣ ਜਾਂ 48 ਘੰਟਿਆਂ 'ਚ ਮਿਲਣ। ਪਰ ਉਹ ਕਿਉਂਕਿ ਉੱਥੇ ਉਹਦੇ 'ਤੇ ਕਿੰਤੂ ਪਰੰਤੂ ਕੀਤਾ ਜਾਂਦਾ ਹੈ, ਉਹਨੂੰ 20 ਕਿਲੋਮੀਟਰ ਜਾਂ 40 ਕਿਲੋਮੀਟਰ ਜਾਣਾ ਵੀ ਠੀਕ ਆ। ਉਹ ਕਹਿੰਦਾ ਜਾਓ, ਨਾਲੇ ਤਾਂ 7-8 ਘੰਟੇ 'ਚ ਪੈਸੇ ਮਿਲ ਜਾਂਦੇ ਨੇ, ਨਾਲੇ ਉੱਥੇ ਕੋਈ ਦਾਣਾ ਨਹੀਂ ਵੇਖਦਾ, ਕੋਈ ਰੰਗ ਨਹੀਂ ਵੇਖਦਾ। ਮਤਲਬ ਇਹ ਇਸ ਤਰ੍ਹਾਂ ਦੀ ਕੁਛ ਮਤਲਬ ਲੱਗਦਾ ਇਹ ਆ ਕਿ ਬਹਾਨੇਬਾਜ਼ੀ ਜੀ ਜਿਹੜੀਆਂ ਕੇਂਦਰੀ ਏਜੰਸੀਆਂ ਉਹ ਕਰ ਰਹੀਆਂ ਨੇ, ਜਾਂ ਵਿੱਚ ਹੁਣ ਇਹਦੇ ਪੰਜਾਬ ਦੀਆਂ ਏਜੰਸੀਆਂ ਵੀ ਨਾਲ ਰਲ ਗਈਆਂ, ਉਹ ਕਹਿੰਦੇ ਅਸੀਂ ਵੀ ਨਹੀਂ ਖਰੀਦਾਂਗੇ। ਅਤੇ ਲਾਭ ਜਿਹੜਾ ਹੈ ਉਹ ਇਸ ਵੇਲੇ ਅਡਾਨੀ ਦਾ ਜਿਹੜਾ ਉਹ ਸਾਈਲੋ ਪਲਾਂਟ ਆ ਉਹਨੂੰ ਮਿਲ ਰਿਹਾ। ਅਤੇ ਕਿਸਾਨਾਂ ਦੀ ਖੱਜਲ ਖੁਆਰੀ ਤਾਂ ਘੱਟੋ ਘੱਟ ਇਹ ਤਾਂ ਵਧੀ ਹੈ ਨਾ, ਜਿੱਥੇ ਉਹਨਾਂ 2 ਕਿਲੋਮੀਟਰ ਜਾਣਾ ਸੀ ਉੱਥੇ ਉਹਨਾਂ ਨੂੰ ਕਈਆਂ ਨੂੰ 40 ਕਿਲੋਮੀਟਰ ਵੀ ਜਾਣਾ ਪੈਂਦਾ, 35 ਕਿਲੋਮੀਟਰ ਵੀ ਜਾਣਾ ਪੈਂਦਾ। ਉਹਨਾਂ ਦਾ ਖਰਚਾ ਵੱਧਦਾ, ਟਾਈਮ ਵੱਧਦਾ, ਸਾਰਾ ਕੁਛ ਹੁੰਦਾ। ਅਤੇ ਪਰ ਇਹ ਇਹੋ ਜਿਹੀ ਸਥਿਤੀ ਦੇ ਵਿੱਚ ਸਰਕਾਰ ਨੇ, ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਇੱਦਾਂ ਦਾ ਕੁਛ ਐਲਾਨ ਨਹੀਂ ਕੀਤਾ, ਕੁਛ ਫੈਸਲਾ ਨਹੀਂ ਕੀਤਾ। ਇਹ ਜ਼ਰੂਰ ਕਿਹਾ ਜਾ ਰਿਹਾ ਰੋਜ਼ ਦਿਹਾੜੀ ਕਿ ਕਣਕ ਦਾ ਦਾਣਾ ਦਾਣਾ ਚੁੱਕਾਂਗੇ। ਇੱਕ ਰਟਿਆ ਰਟਾਇਆ ਸ਼ਬਦ ਹੈ ਜਿਹੜਾ ਸਾਰੀਆਂ ਸਰਕਾਰਾਂ, ਸਾਰੇ ਮੰਤਰੀ, ਸਾਰੇ ਅਧਿਕਾਰੀ ਜਿਹੜੇ ਉਹ ਬੋਲਦੇ ਰਹਿੰਦੇ ਆ, ਤਾਂ ਬਿਆਨ ਦਿੰਦੇ ਰਹਿੰਦੇ, ਅਖਬਾਰਾਂ ਛਪਦੇ ਰਹਿੰਦੇ, ਕਣਕ ਦਾ ਦਾਣਾ ਦਾਣਾ ਚੁੱਕਾਂਗੇ। ਬਸ ਉਹ ਦਾਣਾ ਦਾਣਾ ਹੀ ਚੁੱਕ ਲੈਂਦੇ ਆ, ਬਾਕੀ ਘਰੋਂ ਰਹਿਣ ਦਿੰਦੇ ਸਾਰੇ। ਸੰਧੂ ਸਾਹਿਬ ਕਹਿੰਦੇ ਪੰਜਾਬ ਦੇ ਵਿੱਚ ਬਿਨਾਂ ਅਧਿਆਪਕਾਂ ਤੋਂ ਬਹੁਤ ਗਿਣਤੀ ਸਕੂਲ ਅਜਿਹੇ ਨੇ
ਪ੍ਰੀ ਪ੍ਰਾਇਮਰੀ ਜਿੱਥੇ ਬਿਨਾਂ ਅਧਿਆਪਕਾਂ ਤੋਂ ਹੀ ਸਕੂਲਾਂ ਨੂੰ ਚਲਾਇਆ ਜਾ ਰਿਹਾ ਹੈ ਤੇ ਕਦੋਂ ਤੋਂ ਚੱਲਿਆ ਆ ਰਿਹਾ ਤੇ ਆਪ ਦੀ ਸਰਕਾਰ ਨੇ ਸਿੱਖਿਆ ਪ੍ਰਤੀ ਵਚਨਬੱਧਤਾ ਨੂੰ ਲੈ ਕੇ ਕੁਝ ਨਵਾਂ ਕਰਕੇ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਪੁਰਾਣੀਆਂ ਸਰਕਾਰਾਂ ਦੀ ਪਰੰਪਰਾ ਨੂੰ ਕਾਇਮ ਨਾ ਰੱਖ ਲਿਆ ਜਾਵੇ? ਹਾਂਜੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਬਣੀ ਸੀ 2017 ਦੇ ਵਿੱਚ, ਤੇ ਉਹਨਾਂ ਨੇ ਇੱਕ ਯੋਜਨਾ ਬਣਾਈ ਸੀ ਕਿ ਅਸੀਂ ਜਿਹੜੇ ਸਰਕਾਰੀ ਸਕੂਲ ਨੇ ਇਹਨਾਂ ਦੇ ਵਿੱਚ ਵੀ ਪਬਲਿਕ ਸਕੂਲਾਂ ਵਾਲਾ ਸਿਸਟਮ ਲਾਗੂ ਕਰੀਏ, ਇਹਨਾਂ ਨੂੰ ਮਾਡਰਨ ਬਣਾਈਏ ਤਾਂ ਕਿ ਬੱਚੇ ਜਿਹੜੇ ਨੇ ਉਹ ਇੱਧਰ ਆਉਣ। ਇਹਨਾਂ ਸਕੂਲਾਂ ਦੇ ਵਿੱਚ ਤਾਂ ਬੱਚਿਆਂ ਦੀ ਨਫਰੀ ਜਿਹੜੀ ਉਹ ਵੈਸੇ ਘਟਦੀ ਜਾ ਰਹੀ ਹੈ। ਫਿਰ ਉਹਨਾਂ ਨੇ LKG UKG ਦੀਆਂ ਕਲਾਸਾਂ, ਪ੍ਰੀ ਪ੍ਰਾਇਮਰੀ ਕਲਾਸਾਂ ਜਿਹੜੀਆਂ ਸੀ ਉਹ ਸ਼ੁਰੂ ਕੀਤੀਆਂ, ਅਤੇ ਉਹਦੇ ਵਾਸਤੇ ਹੁਣ ਸਟਾਫ ਵੀ ਰੱਖਣਾ ਸੀ, ਪਰ ਉਹਦੇ ਵਾਸਤੇ ਸਟਾਫ ਨਹੀਂ ਰੱਖਿਆ। ਜਿਹੜਾ ਪਹਿਲਾਂ ਹੀ ਸਕੂਲਾਂ ਦੇ ਵਿੱਚ ਕੋਈ ਸਟਾਫ ਸੀਗਾ ਮਾੜਾ ਮੋਟਾ, ਉਹਨਾਂ ਨੂੰ ਕਿਹਾ ਕਿ ਆ ਜਿਹੜੇ ਜਵਾਕ ਆਉਂਦੇ ਵੀ ਨਵੇਂ ਦਾਖਲ ਹੁੰਦੇ ਆ, ਮਾੜਾ ਮੋਟਾ ਇਹਨਾਂ ਦਾ ਵੀ ਧਿਆਨ ਰੱਖਿਓ। ਮਤਲਬ ਇੱਦਾਂ ਦੇ ਨਾਲ ਉਹ ਕੰਮ ਚੱਲਦਾ ਰਿਹਾ। ਔਰ ਪੰਜਾਬ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਤਕਰੀਬਨ ਬਹੁਤ ਸਾਰੇ ਸਕੂਲਾਂ ਵਿੱਚ ਇਹ ਸਿਸਟਮ ਜਿਹੜਾ ਸੀ ਇਹ ਸ਼ੁਰੂ ਕੀਤਾ ਗਿਆ। ਉਹਨਾਂ ਸਕੂਲਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਬਣਦੀ ਹੈ, ਪਰ ਉਹਦੇ ਵਾਸਤੇ ਸਟਾਫ ਨਹੀਂ ਰੱਖਿਆ ਗਿਆ। ਫਿਰ 2020 ਦੇ ਵਿੱਚ ਆ ਕੇ ਸਰਕਾਰ ਨੇ ਕਿਹਾ ਕਿ ਇਹਨਾਂ ਸਕੂਲਾਂ ਵਾਸਤੇ ਕੋਈ 8400 ਦੇ ਕਰੀਬ ਟੀਚਰ ਜਿਹੜੇ ਸੀ ਉਹ ਭਰਤੀ ਕਰਨ ਦੀ ਯੋਜਨਾ ਬਣਾਈ ਗਈ ਕਿ ਭਰਤੀ ਕਰਾਂਗੇ ਅਸੀਂ ਇੰਨੇ ਟੀਚਰ ਜਿਹੜੇ ਇਹਨਾਂ ਕਲਾਸਾਂ ਨੂੰ LKG UKG ਨਰਸਰੀ ਇਹਨਾਂ ਨੂੰ ਪੜ੍ਹਾਉਣਗੇ। ਪਰ ਉਹ ਮਾਮਲਾ ਜਿਹੜਾ ਸੀ ਹਾਈ ਕੋਰਟ ਦੇ ਵਿੱਚ ਚਲਾ ਗਿਆ, ਕਿਉਂਕਿ ਜਿਹੜੇ ਆਲਰੇਡੀ ਟੀਚਰ ਕੋਰਸ ਕਰਕੇ ਟ੍ਰੇਨਿੰਗ ਕਰਕੇ ਇੱਧਰ ਦਰ-ਬਦਰ ਭਟਕ ਰਹੇ ਸੀ, ਉਹ ਕਹਿੰਦੇ ਤੁਸੀਂ ਸਾਨੂੰ ਕਿਉਂ ਨਹੀਂ ਨੌਕਰੀਆਂ ਦਿੰਦੇ, ਤੁਸੀਂ ਹੋਰ ਨਵੇਂ ਰੱਖਣ ਲੱਗੇ ਹੋ। ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਹੋਈ, ਮਾਮਲਾ ਹਾਈ ਕੋਰਟ 'ਚ ਚਲਾ ਗਿਆ, ਨਵੀਂ ਭਰਤੀ ਹੋ ਨਹੀਂ ਸਕੀ, ਉਹਦੇ ਉੱਤੇ ਸਟੇ ਲੱਗ ਗਿਆ। ਔਰ ਉਦੋਂ ਤੋਂ ਲੈ ਕੇ ਅੱਜ ਤੱਕ 22 ਵੀ ਪੂਰਾ ਹੋ ਗਿਆ, ਸਰਕਾਰ ਜਿਹੜੀ ਸੀ ਉਹ ਵੀ ਚਲੀ ਗਈ, ਕੈਪਟਨ ਅਮਰਿੰਦਰ ਸਿੰਘ ਵੀ ਚਲੇ ਗਏ, ਚੰਨੀ ਵੀ ਚਲੇ ਗਏ, ਪਰ ਉਹਨਾਂ ਟੀਚਰਾਂ ਦੀ ਭਰਤੀ ਨਹੀਂ ਹੋਈ। ਬਹੁਤ ਸਾਰੇ ਜਿਹੜੇ ਸਕੂਲ ਹੈ ਉਹ ਇਹੋ ਜਿਹੇ ਹੈ ਜਿਨ੍ਹਾਂ ਦੇ ਵਿੱਚ ਕੋਈ ਇੱਕ ਵੀ ਅਧਿਆਪਕ ਨਹੀਂ, ਅਤੇ ਕਈ ਸਕੂਲ ਇੱਦਾਂ ਦੇ ਹੈ ਜਿਨ੍ਹਾਂ ਦੇ ਵਿੱਚ ਇੱਕ ਅਧਿਆਪਕ ਜਿਹੜਾ ਹੈ ਉਹ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪ੍ਰਾਇਮਰੀ ਤੱਕ ਦੀਆਂ ਸਾਰੀਆਂ ਕਲਾਸਾਂ ਨੂੰ ਇਕੱਲਾ ਹੀ ਪੜ੍ਹਾਉਂਦਾ ਹੈ, ਜਦ ਕਿ ਪ੍ਰੀ ਪ੍ਰਾਇਮਰੀ ਵਾਸਤੇ ਹੀ ਹਰੇਕ ਸਕੂਲ ਦੇ ਵਿੱਚ 2 ਟੀਚਰ ਚਾਹੀਦੇ ਹੈ। ਫਿਰ ਉਹਨਾਂ ਦੇ ਵਾਸਤੇ ਜਿਹੜੇ ਹੋਰ ਅਟੈਂਡੈਂਟ ਜਾਂ ਉਹਨਾਂ ਦੇ ਨਾਲ ਜਿਹੜਾ ਹੋਰ ਸਟਾਫ ਰੱਖਿਆ ਜਾਣਾ ਉਹ ਵੀ ਬਿਲਕੁਲ ਹੈ ਨਹੀਂ, ਜਿਹੜੇ ਉਹਨਾਂ ਬੱਚਿਆਂ ਨੂੰ ਲੁੱਕ ਆਫਟਰ ਕਰ ਸਕਣ ਜਾਂ ਉਹਨਾਂ ਨੂੰ ਗਾਈਡ ਕਰ ਸਕਣ। ਤਾਂ ਕੁੱਲ ਮਿਲਾ ਕੇ ਹੋਇਆ ਇਹ ਕਿ ਸਰਕਾਰ ਦੀ ਜਿਹੜੀ ਇਹ ਯੋਜਨਾ ਸੀ ਬਿਲਕੁਲ ਬੱਟੇ ਖਾਤੇ ਪੈ ਕੇ ਰਹਿ ਗਈ, ਠੱਪ ਹੋ ਕੇ ਰਹਿ ਗਈ। ਨਾ ਉਹ ਸਰਕਾਰੀ ਸਕੂਲ ਜਿਹੜੇ ਸੀ, ਪਬਲਿਕ ਸਕੂਲ ਕੀ ਬਣਨਾ ਸੀ ਉਹਨਾਂ ਨੇ, ਉਹ ਸਰਕਾਰੀ ਸਕੂਲ ਵੀ ਨਹੀਂ ਰਹਿ ਸਕੇ ਅਤੇ ਉਹ ਚੱਲ ਹੀ ਨਹੀਂ ਸਕੇ। ਇੱਕ ਇੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਸੀ ਉਹ ਹਜ਼ਾਰਾਂ ਟੀਚਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ ਉਹਨਾਂ ਸਕੂਲਾਂ ਵਾਸਤੇ। ਮੁੜ ਕੇ ਉਹਨਾਂ ਦਾ ਜ਼ਿਕਰ ਹੀ ਨਹੀਂ ਛੇੜਿਆ ਗਿਆ ਕਿ ਇੱਥੇ ਵੀ ਅਸੀਂ ਭਰਤੀ ਕਰਨੀ ਹੈ ਕਿ ਨਹੀਂ। ਜਿਹੜਾ ਢਾਂਚਾ ਪਹਿਲਾਂ ਤੋਂ ਪ੍ਰਾਇਮਰੀ ਸਕੂਲਾਂ ਦਾ ਬਣਦਾ ਸੀ, ਜਿਹੜੀਆਂ ਉਹਨਾਂ ਵਾਸਤੇ ਅਥੋਰਾਈਜ਼ ਪੋਸਟਾਂ ਸੀ, ਉਹਨਾਂ ਵਾਸਤੇ ਵੀ ਬਲਕਿ ਗੱਲ ਨਹੀਂ ਕੀਤੀ ਗਈ। ਉਹਨਾਂ ਵਿੱਚੋਂ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਨੇ, ਜਿਨ੍ਹਾਂ ਵੱਲ ਭਗਵੰਤ ਮਾਨ ਨੇ ਚੋਣ ਮੁਹਿੰਮ ਦੌਰਾਨ ਇਸ਼ਾਰਾ ਕੀਤਾ ਸੀ ਕਿ ਸਕੂਲਾਂ ਦੇ ਵਿੱਚ ਅਧਿਆਪਕ ਨਹੀਂ ਹੈਗੇ, ਅਤੇ ਜਿਹੜੇ ਅਧਿਆਪਕਾਂ ਨੇ ਡਿਗਰੀਆਂ ਕੀਤੀਆਂ, ਕੋਰਸ ਕੀਤੇ ਨੇ, ਉਹ ਟੈਂਕੀਆਂ ਦੇ ਉੱਤੇ ਚੜ੍ਹ ਕੇ ਮੁਜ਼ਾਹਰਾ ਕਰ ਰਹੇ ਨੇ ਜਾਂ ਨਹਿਰਾਂ ਦੇ ਵਿੱਚ ਛਾਲਾਂ ਮਾਰ ਰਹੇ ਨੇ। ਹੁਣ ਜਦੋਂ ਕਿ ਇਹਨਾਂ ਦੀ ਸਰਕਾਰ ਬਣ ਗਈ ਹੈ ਤਾਂ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਜਿਹੜੇ ਉਹ ਪ੍ਰੀ ਪ੍ਰਾਇਮਰੀ ਸਕੂਲ ਚਲਾਏ ਸੀਗੇ ਕਿ ਉਹਨਾਂ ਨੂੰ ਚਲਾਉਣਾ ਹੈ ਕਿ ਬੰਦ ਕਰ ਦੇਣਾ ਹੈ, ਕਿਉਂਕਿ ਸਰਕਾਰ ਤਾਂ ਕਮਿਟਮੈਂਟ ਕਰਕੇ ਆਈ ਹੈ ਨਾ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਅਤੇ ਸਿਹਤ ਦੇ ਖੇਤਰ ਵਿੱਚ ਇਨਕਲਾਬ ਲਿਆਵਾਂਗੇ। ਸੋ ਲੋਕ ਤਵੱਕੋਂ ਕਰ ਰਹੇ ਇਹਨਾਂ ਕੋਲੋਂ, ਹੁਣ ਦੇਖਦੇ ਆ ਇਹ ਇਸ ਪਾਸੇ ਕੁਝ ਜ਼ਿਕਰ ਕਰਦੇ ਆ ਕਿ ਨਹੀਂ ਕਰਦੇ। ਹਾਂਜੀ ਜੀ ਸੰਧੂ ਸਾਹਿਬ, ਆਪਣੇ ਕੋਲ ਸਮਾਂ ਤਾਂ ਥੋੜਾ, ਬਸ ਕੁਇਕਲੀ ਇੱਕ ਅਪਡੇਟ ਦੇਣਾ ਜੀ। ਮੌਬ ਲਿੰਚਿੰਗ ਦਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ, ਇੱਕ ਵਿਅਕਤੀ ਦੀ ਮੌਤ ਹੁੰਦੀ ਹੈ ਤੇ ਗੱਲਬਾਤ ਗਊ ਹੱਤਿਆ ਦੇ ਨਾਲ ਜੋੜ ਕੇ ਪੇਸ਼ ਕੀਤੀ ਗਈ ਹੈ। ਅਤੀਤ ਵਿੱਚ ਵੀ ਬੜੇ ਮਾਮਲੇ ਹੋਏ ਨੇ, ਪਰ ਹੁਣ ਇਹ ਵੀ ਹੋਇਆ ਦਿੱਲੀ ਦੇ ਦੁਆਰਕਾ ਖੇਤਰ ਦੇ ਵਿੱਚ। ਉੱਥੇ ਕੋਈ ਫਾਰਮ ਹਾਊਸ ਸੀਗਾ ਜਿੱਥੇ ਇੱਕ ਵਿਅਕਤੀ ਰਹਿੰਦਾ ਆਪਣੇ ਪਰਿਵਾਰ ਦੇ ਸਮੇਤ, ਰਾਜਾ ਰਾਮ ਨਾਂ ਦਾ ਵਿਅਕਤੀ 40 ਸਾਲ ਦਾ। ਉਹ ਕਹਿੰਦਾ ਕਿ ਅਚਨਚੇਤ ਹੀ ਕੁਛ ਲੋਕ ਆਏ ਉੱਥੇ, 10-20-30 ਜਣੇ ਆ ਕੇ ਉਹਨੂੰ ਧਮਕੀਆਂ ਦੇਣ ਲੱਗ ਪਏ ਕਿ ਇੱਥੇ ਤੁਹਾਡੇ ਤਾਂ ਗਊ ਹੱਤਿਆ ਹੁੰਦੀ ਹੈ, ਇੱਥੇ ਗਊਆਂ ਦਾ ਮੀਟ ਵੇਚਿਆ ਜਾਂਦਾ। ਉਹ ਜਿੰਨੇ ਲੋਕ ਉੱਥੇ ਸੀ 2 4 5 ਉਹਨਾਂ ਨੂੰ ਸਾਰਿਆਂ ਨੂੰ ਕੁੱਟਮਾਰ ਕੀਤੀ। ਰਾਜਾ ਰਾਮ ਨੂੰ ਕੁੱਟਮਾਰ ਜਿਹੜੀ ਸੀ ਉਹ ਜ਼ਿਆਦਾ ਹੋਈ, ਉਹਦੀ ਹਸਪਤਾਲ 'ਚ ਜਾ ਕੇ ਮੌਤ ਹੋ ਗਈ। ਹੁਣ ਹੋਇਆ ਕੀ ਹੈ ਕਿ ਜਿਹੜੀ ਪੁਲਿਸ ਹੈ, ਪੁਲਿਸ ਨੇ ਕੁੱਟਮਾਰ ਕਰਨ ਵਾਲਿਆਂ ਦੇ ਖਿਲਾਫ, ਜਿਨ੍ਹਾਂ ਦੇ ਕਾਰਨ ਉਹਦੀ ਮੌਤ ਹੋਈ ਹੈ, ਉਹ ਖਿਲਾਫ ਕੋਈ ਪਰਚਾ ਵੀ ਅਜੇ ਤੱਕ ਦਰਜ ਨਹੀਂ ਕੀਤਾ ਗਿਆ। ਜਦ ਕਿ ਜਿਹੜੇ ਉਹਦੇ ਨਾਲ ਦੇ ਸਾਥੀ ਸੀ ਰਾਜਾ ਰਾਮ ਦੇ, ਉਹਨਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਬਾਅਦ 'ਚ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਕਿ ਤੁਸੀਂ ਵੀ ਗਊ ਹੱਤਿਆ ਦੇ ਮਾਮਲੇ ਵਿੱਚ ਸ਼ਾਮਲ ਹੈਗੇ ਹੋ। ਜਦ ਕਿ ਗਊ ਹੱਤਿਆ ਦਾ ਉੱਥੇ ਕੋਈ ਸਬੂਤ ਹੀ ਨਹੀਂ, ਨਾ ਕੋਈ ਸਬੂਤ ਮਿਲਿਆ, ਨਾ ਕੋਈ ਚੀਜ਼ ਉੱਥੇ ਬਰਾਮਦ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹ ਗਾਵਾਂ ਪਾਲਦਾ ਸੀ ਅਤੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਜੇ
ਉਸ ਇਲਾਕੇ ਦੇ ਵਿੱਚ ਬਸਤੀ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਆ ਉਹਨਾਂ ਨੇ ਵੀ ਇਹੀ ਦੱਸਿਆ ਕਿ ਉਹ ਸਿਰਫ ਦੁੱਧ ਵੇਚਣ ਦਾ ਕੰਮ ਕਰਦਾ ਸੀ। ਪਰ ਇਹ ਬੜੀ ਮੰਦਭਾਗੀ ਗੱਲ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਹਨਾਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ। ਬਿਨਾਂ ਕਿਸੇ ਕਾਰਨ ਜਾ ਕੇ ਇੱਕ ਵਿਅਕਤੀ ਨੂੰ ਚੰਗਾ ਭਲਾ ਜਿਹੜਾ ਕੰਮ ਕਰਦਾ ਜਾਂ ਤਾਂ ਉਹਦੀ ਕੋਈ ਚੀਜ਼ ਸਾਹਮਣੇ ਲੈਂਦੀ ਜਾਵੇ ਨਾ ਹਕੀਕਤ ਵਿੱਚ ਕਿ ਇਹ ਕੁਛ ਨਹੀਂ ਕੀਤਾ। ਹਾਂਜੀ, ਸ਼ੁਕਰੀਆ ਸੰਧੂ ਸਾਹਿਬ ਖਬਰਾਂ ਦੀ ਜਾਣਕਾਰੀਆਂ ਸਾਂਝੀਆਂ ਕਰਨ ਵਾਸਤੇ ਜੀ। ਕੱਲ੍ਹ ਦੁਬਾਰਾ ਗੱਲ ਕਰਦੇ ਹਾਂ। ਠੀਕ ਹੈ ਜੀ, ਧੰਨਵਾਦ। ਸ਼ੁਕਰੀਆ।